वार्ड नंबर 18 तो जी श्रोमणी अकाली दल बादल ਵੱਲੋਂ मैं इलैक्शन लड़दा सीगा जी। कागज ਉਹਦੇ ਸਾਰੇ ਚੈੱਕ ਕਰਾ ਕੇ ਸਬਮਿਟ ਕਰਾ ਕੇ ਗਏ ਹੁਣ ਪਹਿਲਾਂ ਤਾਂ ਕਹਿੰਦੇ ਜੀ ਪ੍ਰਾਪਰਟੀ ਮਤਲਬ ਮੇਰੀ ਮੈਸੇਜ ਦੇ ਨਾਂ ਤੇ ਆ ਕਹਿੰਦੇ ਵੀ ਉਹਨਾਂ ਦਾ ਐਫੀਡੈਵਿਟ ਨਹੀਂ ਲਾਇਆ ਫਿਰ ਉਸ ਤੋਂ ਬਾਅਦ ਕਹਿੰਦੇ ਪ੍ਰਪੋਜ਼ਲ ਤੇ ਸਾਈਨ ਨਹੀਂ ਕਰੇਗਾ। ਅਸੀਂ ਸਰ ਇਹਨਾਂ ਤੋਂ ਰੇਟਰ ਮੰਗਿਆ ਨਹੀਂ ਮੰਗਿਆ ਤਾਂ ਅਸੀਂ ਉਰੇ ਧਰਨੇ ਲਾਵਾਂਗੇ ਅਸੀਂ ਆਪਣਾ ਜੋ ਹੈਗਾ ਹਾਈ ਕੋਰਟ ਜਾਵਾਂਗੇ ਸਾਨੂੰ ਬਿਨਾਂ ਰੀਜ਼ਨ ਤੋਂ ਇਹਨਾਂ ਨੇ ਉਹ ਕੀਤਾ। पंजाब में 26 मई को नगर निगम चुनाव होने वाले हैं और फिलहाल नामांकन प्रक्रिया जारी है, लेकिन इन चुनावों से पहले सियासत अपने ही अलग रंग दिखा रही है। आए दिन मार पिटाई जैसी खबरें सामने आ रही हैं। एक खबर बरनाला से है, जहां वार्ड नंबर 18 से शिरोमणि अकाली दल के उम्मीदवार रशपाल सिंह गोगी का नामांकन पत्र रद्द होने के बाद जमकर हंगामा हुआ। अकाली दल के नेताओं और कार्यकर्ताओं में प्रशासन तथा मौजूदा सरकार के खिलाफ भारी रोष देखने को मिला। अकाली नेताओं ने सत्ताधारी आम आदमी पार्टी पर सरकारी मशीनरी का दुरुपयोग करने और दबाव में आकर कागजात रद्द करने के गंभीर आरोप लगाए हैं। अकाली दल के उम्मीदवार रशपाल सिंह गोगी का कहना है कि उन्होंने अपने सभी दस्तावेज पूरी तरह से जांच करवाकर जमा किए थे। इसके बावजूद पहले संपत्ति और एनओसी पत्नी के नाम पर होने का बहाना बनाया गया और बाद में प्रपोजर के हस्ताक्षर न होने की बात कहकर नामांकन को रद्द कर दिया गया। उन्होंने आरोप लगाया कि पर्चा दाखिल करने के पहले दिन से ही उन पर चुनावी मैदान से हटने के लिए लगातार सियासी दबाव बनाया जा रहा था। उन्होंने कहा कि सेवक नगर क्षेत्र में उनका मजबूत जनाधार है, जिससे बौखलाकर विरोधियों ने ये कदम उठाया है। अकाली दल ने प्रशासन से नामांकन रद्द करने का लिखित कारण भी मांगा है। वार्ड नंबर 18 तो जी श्रोमणी अकाली दल बादल ਵੱਲੋਂ मैं इलैक्शन लड़दा ਸੀਗਾ ਜੀ। ਕਾਗਜ਼ ਉਹਦੇ ਸਾਰੇ ਚੈੱਕ ਕਰਾ ਕੇ ਸਬਮਿਟ ਕਰਾ ਕੇ ਗਏ ਹੁਣ ਪਹਿਲਾਂ ਤਾਂ ਕਹਿੰਦੇ ਜੀ ਪ੍ਰਾਪਰਟੀ ਮਤਲਬ ਮੇਰੀ ਮੈਸੇਜ ਦੇ ਨਾਂ ਤੇ ਆ ਕਹਿੰਦੇ ਵੀ ਉਹਨਾਂ ਦਾ ਐਫੀਡੈਵਿਟ ਨਹੀਂ ਲਾਇਆ ਫਿਰ ਉਸ ਤੋਂ ਬਾਅਦ ਕਹਿੰਦੇ ਪ੍ਰਪੋਜ਼ਲ ਤੇ ਸਾਈਨ ਨਹੀਂ ਕਰੇਗਾ। ਹੋਰ ਕਾਰਨ ਤਾਂ ਜੀ ਮੈਨੂੰ ਪਹਿਲਾਂ ਵੀ ਪ੍ਰੈਸ਼ਰ ਕਰੀ ਜਾਂਦਾ ਕਾਗਜ਼ ਭਰਨ ਤੋਂ ਲੈ ਕੇ ਹੁਣ ਤੱਕ ਪ੍ਰੈਸ਼ਰ ਹੀ ਚੱਲੀ ਜਾਂਦਾ ਵੀ ਤੂੰ ਰਹਿਣ ਦੇ ਸਾਡਾ ਪ੍ਰਧਾਨ ਆ ਇਹਨੂੰ ਅਸੀਂ ਐ ਕਰਨਾ ਵੀ ਤੂੰ ਕਾਗਜ਼ ਰਹਿਣ ਦੇ ਭਰਨ ਨੂੰ ਕੰਮ ਸਾਰੇ ਕਿਤੇ ਵਾਰਡ 'ਚ ਕੰਮ ਹੀ ਨਹੀਂ ਹੋਇਆ ਜੀ। ਕਿਤੇ ਮਰਜ਼ੀ ਤੁਸੀਂ ਜਾ ਕੇ ਪੁੱਛ ਲਓ ਹੰਡਿਆਇਆ ਚੌਂਕ ਪੁੱਛ ਲਓ ਗੁਰਸੇਵਕ ਨਗਰ ਆ ਸਾਰਾ ਜਿੱਥੇ ਅਸੀਂ ਰਹਿੰਦੇ ਆ ਉੱਥੇ ਹੀ ਵੋਟ ਆ ਸਾਰੀ। ਕੌਣ ਕਿਹਦੇ ਵੱਲੋਂ ਸਾਜ਼ਿਸ਼ ਲੱਗਦੀ ਹੈ? ਸਾਜ਼ਿਸ਼ ਤਾਂ ਜੀ ਹੁਣ ਜਿਹੜੀ ਮੌਜੂਦਾ ਸਰਕਾਰ ਆ ਉਹੀ ਆ ਹੋਰ ਤਾਂ ਕਿਹਨੇ ਕਰਨਾ। ਤੁਸੀਂ ਕੀ ਕਰੋਗੇ ਅਗਲੀ ਕਾਰਵਾਈ? ਅਸੀਂ ਰਿਟਨ 'ਚ ਮੰਗਿਆ ਜੀ ਦੇਣਗੇ ਫਿਰ ਅਸੀਂ ਕਰਦੇ ਆ ਪ੍ਰਧਾਨ ਜੀ ਆਉਂਦੇ ਆ ਸਲਾਹ ਉਹਨਾਂ ਨਾਲ ਜਿਵੇਂ ਕਹਿਣਗੇ ਕੋਈ ਕੋਰਟ ਦਾ रुख ਕਰਾਂਗੇ। इसी बीच शिरोमणि अकाली दल पंजाब के उपाध्यक्ष संजीव शोहरी ने प्रशासनिक प्रक्रिया पर सवाल उठाते हुए कहा, नामांकन दाखिल करने के समय अधिकारियों की पूरी टीम एक एक पन्ने की बारीकी से जांच कर रही थी। अगर कोई कमी थी तो उसी समय क्यों नहीं बताई गई। उन्होंने ये भी कहा कि बरनाला के इतिहास में ये पहली बार हो रहा है कि चुनाव में सिर्फ 4-5 दिन बचे हैं और वोटर सूची रोज बदली जा रही है, जो लोकतंत्र की सरेआम हत्या है। संजीव शिहोरी ने कहा कि वार्ड नंबर 18 से आम आदमी पार्टी के उम्मीदवारों को अपनी हार साफ दिखाई दे रही है, जिसके चलते ऊंचे स्तर पर राजनीतिक साठगांठ करके ये कार्रवाई की गई है। उन्होंने चेतावनी दी है कि अगर प्रशासन ने लिखित जवाब नहीं दिया तो वो हाई कोर्ट का दरवाजा खटखटाएंगे और तीखा प्रदर्शन भी करेंगे। ਦੇਖੋ ਪਹਿਲਾਂ ਤਾਂ ਜਦੋਂ ਪੇਪਰ ਜਦੋਂ ਸਬਮਿਸ਼ਨ ਕਰ ਰਹੇ ਸੀ ਪੇਪਰ ਉਹਦੇ ਸਬਮਿਟ ਕਰ ਰਹੇ ਸੀਗੇ ਉਸ ਦਿਨ ਬਹੁਤ ਤੁਹਾਨੂੰ ਪਹਿਲਾਂ ਵੀ ਸਹੀ ਬੇਨਤੀ ਕੀਤੀ ਸੀ। ਬਹੁਤ ਇੱਕ ਪ੍ਰੋਸੈਸ ਇਹਨਾਂ ਨੇ ਐਸਾ ਬਣਾਇਆ ਵੀ ਬਹੁਤ ਸਾਰੇ ਲੋਕ ਇਸ ਤੋਂ ਉਲਟਾ ਵਾਜੇ ਵੀ ਰਹਿ ਗਏ ਪੇਪਰ ਨਹੀਂ ਪੂਰੇ ਕਰ ਸਕੇ। ਚਲੋ ਜਿਹਨੇ ਕਰਤੇ ਇਹਨਾਂ ਨੇ ਪੂਰੀਆਂ ਟੀਮਾਂ ਬਿਠਾਈਆਂ ਵੀਆਂ ਸੀਗੀਆਂ ਕੱਲਾ ਪੇਜ ਕੱਲੇ ਹਰ ਬੰਦੇ ਚੈੱਕ ਕਰਕੇ ਇਹਨਾਂ ਨੇ ਤਾਂ ਫਿਰ ਪੇਪਰ ਸਬਮਿਟ ਕਰਾਏ ਉਦੋਂ ਪਹਿਲਾਂ ਕਰਾਏ ਨਹੀਂ। ਪਰ ਸਾਡਾ 18 ਨੰਬਰ ਤੋਂ ਵਾਰਡ ਤੋਂ ਸਾਡੇ ਰਸ਼ਪਾਲ ਸਿੰਘ ਟਾਂਡੀਆਂ ਵਾਲੇ ਜੋ ਸਾਡੇ ਕੈਂਡੀਡੇਟ ਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਦੇ ਅੱਜ ਪੇਪਰ ਸਿਰਫ ਇਸ ਕਰਕੇ ਕੈਂਸਲ ਕਰਤੇ। ਇੱਕ ਤਾਂ ਵੀ ਇਹ ਵੀ ਤੁਹਾਡੀ ਜਿਹੜੀ ਪ੍ਰਾਪਰਟੀ ਹੈ ਐਨਓਸੀ ਤੁਹਾਡੀ ਵਾਈਫ ਦੇ ਨਾਂ ਤੇ ਹੈ। ਯਾਰ ਹੁਣ ਵਾਈਫ ਦੇ ਨਾਂ ਤੇ ਹਸਬੈਂਡ ਵਾਈਫ ਇਕੱਠੀ ਰਹਿੰਦੇ ਹੁੰਦੇ ਇੱਕ ਮਕਾਨ 'ਚ ਅਲੱਗ ਤਾਂ ਰਹਿ ਨਹੀਂ ਸਕਦੇ। ਹਸਬੈਂਡ ਦੇ ਨਾਂ ਤੇ ਪ੍ਰਾਪਰਟੀ ਨਹੀਂ ਹੈਗੀ ਵਾਈਫ ਦੇ ਨਾਂ ਤੇ ਆ ਉਹਦਾ ਐਨਓਸੀ ਨਾਲ ਲੱਗਿਆ ਹੋਇਆ ਸੀ ਟੈਕਸ ਸਾਰਾ ਭਰਿਆ ਹੋਇਆ ਸੀਗਾ ਉਹਦਾ ਇਹ ਕੋਈ ਹੁਣ ਜੋ ਦੁਬਾਰਾ ਅਸੀਂ ਗਏ ਆ ਹੁਣ ਕਹਿੰਦਾ ਤੁਹਾਡੇ ਪ੍ਰਪੋਜ਼ਰ ਦੇ ਸਾਈਨ ਨਹੀਂ ਹੈਗੇ। ਯਾਰ ਪ੍ਰਪੋਜ਼ਰ ਦੇ ਸਾਈਨ ਨਹੀਂ ਹੈਗੇ ਤੂੰ ਉਸ ਦਿਨ ਕੀ ਚੈੱਕ ਕੀਤਾ ਕੀ ਤੁਹਾਡੀ ਰਿਸਪੌਂਸਿਬਿਲਟੀ ਸੀਗੀ। ਪਰ ਸਾਨੂੰ ਇਹਨੂੰ ਸਾਡਾ ਕੈਂਡੀਡੇਟ ਦੇ ਜੋ ਗੋਗੀ ਜੀ ਰਸ਼ਪਾਲ ਸਿੰਘ ਗੋਗੀ ਜੀ ਇਹ ਪਹਿਲਾਂ ਹੀ ਦੱਸ ਰਹੇ ਮੈਨੂੰ ਪਹਿਲਾਂ ਹੀ ਧਮਕੀ ਆ ਰਹੀਆਂ ਵੀ ਤੇਰੇ ਪੇਪਰ ਦਾ ਕਾਕਾ ਕੈਂਸਲ ਹੋਣਗੇ। ਇਹਨੂੰ ਭਰਨ ਤੋਂ ਪਹਿਲਾਂ ਵੀ ਇਹਨੂੰ ਬਹੁਤ ਸਾਰੇ ਇਹ ਕਿਹਾ ਗਿਆ ਵੀ ਤੂੰ ਨਾ ਭਰ। ਮੇਰਾ ਖਿਆਲ ਹੈ ਵੀ ਇਹ ਬਰਨਾਲੇ ਦੇ ਇਤਿਹਾਸ 'ਚ
ਇਹ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਵੀ ਇਲੈਕਸ਼ਨ ਰਹਿ ਗਿਆ ਹੋਣ ਨੂੰ 4-5 ਦਿਨ ਰਹਿ ਗਏ, ਰੋਜ਼ ਵੋਟਰ ਸੂਚੀ ਰੋਜ਼ ਚੇਂਜ ਹੋ ਕੇ ਨਵੀਂ ਆ ਰਹੀ ਆ। ਇਹ ਹਮੇਸ਼ਾ ਡੈਮੋਕ੍ਰੇਸੀ ਦਾ ਬਹੁਤ ਵੱਡਾ ਘਾਣ ਆ। ਅਸੀਂ ਕਹਿੰਦੇ ਤੁਸੀਂ ਕਿਸੇ ਬੰਦੇ ਦੇ ਕੋਈ ਕ੍ਰਿਮੀਨਲ ਕੇਸ ਨਿਕਲਿਆ ਆ, ਕੋਈ ਹੋਰ ਵੈਲਿਡ ਰੀਜ਼ਨ ਨਿਕਲਿਆ, ਕਰ ਦਿਓ ਕੈਂਸਲ, ਤੁਸੀਂ ਤੁਹਾਡੇ ਕੋਲ ਪ੍ਰੋਵੀਜ਼ਨ ਹੈਗੀ ਆ। ਪਰ ਇੱਕ ਗੱਲ ਨੂੰ ਬਣਾ ਕੇ ਪੇਪਰ ਕੈਂਸਲ ਕਰ ਰਹੇ ਹੋ, ਬਹੁਤ ਮਾੜੀ ਗੱਲ ਆ। ਉਸ ਤੋਂ ਬਾਅਦ ਅਸੀਂ ADC ਸਾਹਿਬ ਕੋਲੇ ਕਿਹਾ ਵੀ ਸਾਨੂੰ ਰਿਟਰਨ ਦੇ ਦਿਓ, ਅਸੀਂ ਹਾਈ ਕੋਰਟ ਜਾਂ ਜੋ ਵੀ ਕੰਪੀਟੈਂਟ ਅਥਾਰਟੀ ਅਸੀਂ ਉੱਥੇ ਆਪਦੀ ਬੇਨਤੀ ਕਰ ਲੈਂਦੇ ਹਾਂ। ਉਹ ਵੀ ਸਾਨੂੰ ਪਰ ਇਹਨਾਂ ਨੇ ਦੇਣ ਤੋਂ ਮਨਾ ਕਰਤਾ, ਤਿਆਰ ਨਹੀਂ ਹੋਏ। ਮੈਂ ਚੈੱਕ ਕਰਦਾ ਵੀ ਸਾਡੇ ਕੋਈ ਪ੍ਰੋਵੀਜ਼ਨ 'ਚ ਹੈਗੀ ਜਾਂ ਨਹੀਂ ਹੈਗੀ। ਕਾਰਨ ਕੀ ਲੱਗਦਾ, ਕਿਉਂ ਕੀਤਾ? ਕਾਰਨ ਸਰ, ਸਾਡਾ ਕੈਂਡੀਡੇਟ ਜਿੱਤਿਆ ਹੋਇਆ ਸੀਗਾ, ਉੱਥੇ ਜੋ ਮੌਜੂਦਾ ਇਹਨਾਂ ਦੇ ਆਮ ਆਦਮੀ ਦੇ ਉਹ ਨੇ ਆਪਣਾ ਪਹਿਲਾਂ ਦੇ ਉਰੇ ਪ੍ਰਧਾਨ ਸੀ, ਉਹ ਲੜ ਰਹੇ ਨੇ ਤੇ ਉਹਨਾਂ ਨੂੰ ਹਾਰ ਆਪਣੀ ਦਿਖ ਰਹੀ ਸੀਗੀ। ਤੇ ਹੋ ਸਕਦਾ ਉਹਨਾਂ ਦੀ ਕੋਈ ਪਾਰਟੀ ਦੇ ਉੱਪਰ ਲੈਵਲ ਤੇ ਕੋਈ ਕਮਿਟਮੈਂਟ ਹੋਵੇ, ਭਾਈ ਤੈਨੂੰ ਜਿਤਾ ਕੇ ਕੁਝ ਕਰਨਾ ਜਾਂ ਕੀ ਗੱਲਬਾਤ ਆ। ਹੁਣ ਕਾਰਨ ਤਾਂ ਇਹੀ, ਹੋਰ ਕੀ, ਹਾਰ ਨੂੰ ਦੇਖਦੇ ਹੋਏ ਸਾਡੇ ਕੈਂਡੀਡੇਟ ਦੇ ਕਾਗਜ਼ ਚੁਕਾਏ। ਅਗਲੀ ਤੁਹਾਡੀ ਕੀ ਕਾਰਵਾਈ ਹੋਊਗੀ? ਅਸੀਂ ਸਰ ਇਹਨਾਂ ਤੋਂ ਰਿਟਰਨ ਮੰਗਿਆ, ਨਹੀਂ ਮੰਗਿਆ ਤਾਂ ਅਸੀਂ ਉਰੇ ਧਰਨੇ ਲਾਵਾਂਗੇ। ਅਸੀਂ ਆਪਣਾ ਜੋ ਹੈਗਾ ਹਾਈ ਕੋਰਟ ਜਾਵਾਂਗੇ, ਸਾਨੂੰ ਬਿਨਾਂ ਰੀਜ਼ਨ ਤੋਂ ਇਹਨਾਂ ਨੇ ਉਹ ਕੀਤਾ। रिपोर्ट्स की माने तो नगर निगम और निकाय चुनावों के लिए नामांकन पत्रों की स्क्रूटनी के बाद कुल 713 नामांकन रद्द किए गए हैं। सबसे शॉकिंग तो खड़ग का मामला था, जहां पूरी चुनाव प्रक्रिया ही रद्द कर दी गई, जिसमें 104 उम्मीदवारों के नामांकन भी शामिल थे। इसके अलावा अकाली दल लगातार आम आदमी पार्टी पर आरोप लगा रही है कि सत्ता पक्ष आप के दबाव में अधिकारियों ने उन्हें जरूरी NOC जारी नहीं की, ताकि उनके पर्चे तकनीकी आधार पर रद्द किए जा सकें। नामांकन रद्द होने के खिलाफ कई उम्मीदवारों ने हाईकोर्ट का दरवाजा खटखटाया है। हाईकोर्ट ने अधिकारियों को स्पष्ट निर्देश दिए हैं कि रद्दीकरण का ठोस और लिखित कारण उम्मीदवारों को 48 घंटे के भीतर दिया जाए। बता दें कि आज 19 मई 2026 नामांकन वापसी की आखिरी तारीख है। इसके बाद चुनाव आयोग मैदान में बचे सभी उम्मीदवारों की अंतिम आधिकारिक सूची जारी करेगा, जिससे स्पष्ट हो जाएगा कि किस पार्टी के कितने उम्मीदवार मैदान में बचे हैं। इन चुनावों को 2027 के पंजाब विधानसभा के सेमीफाइनल के रूप में देखा जा रहा है, जिसमें आम आदमी पार्टी, कांग्रेस, बीजेपी और शिरोमणि अकाली दल के बीच बड़ा मुकाबला होने वाला है। जहां एक और मुख्यमंत्री भगवत मान और आम आदमी पार्टी के लिए ये चुनाव उनकी सरकार के पिछले 4 साल के प्रदर्शन की परीक्षा है, और अगर आप जीतती है तो वो इसे अपनी नीतियों की सफलता बताकर 2027 के लिए सकारात्मक माहौल बना पाएगी। वहीं विपक्षी पार्टियां स्थानीय मुद्दों जैसे गंदगी, सड़कें, सीवेज के जरिए सरकार के खिलाफ माहौल बना सकती है। शिरोमणि अकाली दल और भाजपा के लिए ये अपनी खोई हुई जमीन वापस पाने का मौका है। इन चुनावों के नतीजे तय करेंगे कि 2027 में कौन सी पार्टी मुख्य विपक्षी चेहरा होगी।